ਸੌਰੀ, ਮੈਨੂੰ ਅਰਜੈਂਟ ਫੋਨ ਆ ਗਿਆ ਸੀਗਾ ਦੀਦੀ ਆਪਣੀ ਦਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਡਾਕਟਰ ਵਿਜੇ ਨੰਦਾ ਜੀ ਨੇ ਕਿਹਾ, ਓ ਮਾਈ ਗॉड, ਇਹ ਤਾਂ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੈਗੀ ਇਹਨਾਂ ਨੂੰ, ਤੁਹਾਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ, ਤੁਸੀਂ ਨੇ 2 ਮਹੀਨਿਆਂ ਤੋਂ ਘੁੰਮਦੇ ਪਏ ਆ। ਕਹਿੰਦਾ ਬੇਟਾ, ਮੈਂ ਕਿਹਾ ਸਰ ਤੁਸੀਂ ਮੈਡੀਸਨ ਦੇ ਦਿਓ। ਕਹਿੰਦੇ ਨਾ ਨਾ, ਕਹਿੰਦਾ ਇਹਨੂੰ ਮੈਡੀਸਨ ਦੀ ਨਹੀਂ ਲੋੜ ਹੈਗੀ, ਇਸ ਬੰਦੇ ਨੂੰ ਹੈਗੀ ਆ ਐਡਮਿਟ ਹੋਣ ਦੀ ਲੋੜ। ਜਾਂ ਤਾਂ ਇਹਦਾ ਇਲਾਜ ਮੈਂ ਕਰ ਸਕਦਾ PGI ਵਾਲਾ, ਜਾਂ ਤਾਂ ਤੁਹਾਨੂੰ ਚੰਡੀਗੜ੍ਹ ਜਾਣਾ ਪੈਣਾ। ਜੇ ਤੁਸੀਂ ਚੰਡੀਗੜ੍ਹ ਗਏ, ਉੱਥੇ ਤੁਹਾਨੂੰ ਪਤਾ ਕਰੋਨਾ ਦੇ ਪੇਸ਼ੈਂਟ ਹੈਗੇ, ਤੁਸੀਂ ਉੱਥੇ ਟਰੀਟਮੈਂਟ ਨਹੀਂ ਕਰ ਸਕਦੇ ਹੈਗੇ। ਮੈਂ ਕਿਹਾ ਸਰ ਦੇਖੋ, ਅਸੀਂ ਗਰੀਬ ਬੰਦੇ ਹਾਂ, ਅਸੀਂ ਨਹੀਂ ਕਰ ਸਕਦੇ ਹੈਗੇ ਨਾ ਇੰਨਾ, ਤੁਸੀਂ ਦਵਾਈ ਲਿਖ ਦਿਓ। ਕਹਿੰਦੇ ਫਿਰ ਇਹਦਾ ਇਲਾਜ ਨਹੀਂ ਹੋਣਾ ਹੈਗਾ, ਲੈ ਜਾਓ ਇਹਨੂੰ। ਹੁਣ ਜਦੋਂ ਡਾਕਟਰ ਇੰਨੀ ਗੱਲ ਕਹਿ ਦੇਵੇ, ਜਿਹਨੂੰ ਅਸੀਂ ਰੱਬ ਮੰਨਦੇ ਹਾਂ, ਅਗਰ ਡਾਕਟਰ ਹੀ ਕਹਿ ਦੇਵੇ ਇਲਾਜ ਨਹੀਂ ਹੋਣਾ ਹੈਗਾ, ਅਤੇ ਤੁਸੀਂ ਸਮਝਦੇ ਆ ਸਾਰੇ ਜਾਣੇ, ਤਾਂ ਬੰਦਾ ਕੀ ਨਹੀਂ ਕਰਦਾ ਹੈ ਨਾ, ਡਰਦਾ ਬੰਦਾ। ਮੈਂ ਕਿਹਾ ਚਲੋ ਐਡਮਿਟ ਕਰਵਾ ਦਿੰਦੇ ਹਾਂ। ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਇੱਦਾਂ ਕਰੋ, ਰਿਸੈਪਸ਼ਨ 'ਤੇ ਪੈਸੇ ਜਮ੍ਹਾਂ ਕਰਾ ਦਿਓ ਐਡਮਿਟ ਹੋਣ ਵਾਸਤੇ। ਮੈਂ ਰਿਸੈਪਸ਼ਨ 'ਤੇ ਗਈ, ਮੈਂ ਕਿਹਾ ਸਰ ਹਾਂਜੀ ਕਿੰਨਾ ਹੈਗਾ, ਅਸੀਂ ਜਨਰਲ ਵਾਰਡ 'ਚ ਰੂਮ ਲੈਣਾ ਆ। ਕਹਿੰਦੇ ਜਨਰਲ ਵਾਰਡ ਵਿੱਚ ਰੂਮ ਲੈਣਾ, ਤੁਸੀਂ ਜਨਰਲ ਵਾਰਡ ਵਿੱਚ ਰੂਮ ਨਾ ਲਵੋ, ਕਿਉਂਕਿ ਉੱਥੇ ਹੈਗਾ ਆ ਕਰੋਨਾ ਪੇਸ਼ੈਂਟ ਵੀ ਹੋ ਸਕਦਾ, ਉੱਥੇ ਖਤਰਾ। ਹੁਣ ਉਹਨੇ ਮੈਨੂੰ ਡਰਾ ਦਿੱਤਾ, ਮੈਂ ਡਰ ਗਈ। ਮੈਂ ਕਿਹਾ ਯਾਰ ਕਰੋਨਾ ਹੈਗੇ, ਸਨੀ ਦਾ ਲੀਵਰ ਤਾਂ ਅੱਗੇ ਕਮਜ਼ੋਰ ਆ, ਉਹ ਤਾਂ ਅੱਗੇ ਸੁੱਕੀ ਜਾ ਰਹੇ ਆ, ਉਹਨਾਂ ਨੂੰ ਕਰੋਨਾ ਹੈ ਨਾ ਹੋ ਜਾਵੇ। ਅਤੇ ਫਿਰ ਡਾਕਟਰ ਉੱਥੇ ਮੈਨੂੰ ਰਿਸੈਪਸ਼ਨ ਵਾਲਾ ਕਹਿੰਦਾ ਮੈਡਮ ਤੁਸੀਂ ਨਾ ਇੱਦਾਂ ਕਰੋ, ਤੁਸੀਂ 5500 ਰੁਪਏ ਵਾਲਾ ਰੂਮ ਲੈ ਲਓ, 4800 ਰੁਪਏ ਵਾਲਾ ਰੂਮ ਲੈ ਲਓ, AC ਵਾਲਾ ਹੈ ਨਾ, ਉਹ ਤੋਂ ਬਿਨਾਂ ਕੋਈ ਰੂਮ ਖਾਲੀ ਨਹੀਂ ਹੈਗਾ ਸਾਡੇ ਕੋਲ ਹੋਰ। ਮੈਂ ਕਿਹਾ ਠੀਕ ਹੈ ਸਰ। ਮੈਂ ਜਦੋਂ ਸੁਣਿਆ, ਮੈਂ ਕਿਹਾ 4800 ਰੁਪਏ, ਮੈਂ ਕਿਹਾ ਸਰ ਇਹ ਤਾਂ ਬਹੁਤ ਜ਼ਿਆਦਾ ਆ ਹੈ ਨਾ। ਫਿਰ ਕਹਿੰਦਾ ਇੱਥੇ ਤਾਂ ਇੱਦਾਂ ਹੀ ਆ ਮੈਡਮ, ਉਹਨੇ ਮੈਨੂੰ ਕਿੰਨੇ ਹੀ ਖਰਚੇ ਗਿਣਾ ਦਿੱਤੇ, ਅਤੇ ਖੜੀ ਨੂੰ 4800 ਰੁਪਈਆ ਇੱਦਾਂ ਆ। ਜੇ ਕੋਈ ਟੈਸਟ ਹੁੰਦਾ ਆ, ਉਹਦਾ 15 ਤੋਂ 20 ਹਜ਼ਾਰ ਖਰਚਾ ਹੋ ਸਕਦਾ ਆ ਬਲੱਡ ਟੈਸਟਾਂ ਦਾ। ਜੇ ਬਾਹਰੋਂ ਕੋਈ ਡਾਕਟਰ ਆਉਂਦਾ ਆ ਅਤੇ ਉਹਦਾ ਅਲੱਗ ਖਰਚਾ ਆ। ਬਾਹਰੋਂ ਕਿਸੇ ਡਾਕਟਰ ਨੂੰ ਬੁਲਾਉਂਦੇ ਆ, ਅਗਰ ਸਕਿਨ ਵਾਲੇ ਨੂੰ ਜਾਂ ਫਿਰ ਕਿਸੇ ਨੂੰ ਵੀ ਡਾਕਟਰ ਨੂੰ ਬੁਲਾਉਂਦੇ, ਉਹਦਾ ਅਲੱਗ 2000 ਰੁਪਇਆ ਫੀਸ ਲਏਗਾ। ਬਾਹਰੋਂ ਕੋਈ ਟੈਸਟ ਕਰਨ ਆਉਂਦਾ ਆ, ਉਹਦੇ ਅਲੱਗ ਚਾਰਜਿਸ ਹੈਗੇ ਆ। ਠੀਕ ਹੈ, ਮੈਂ ਕਿਹਾ ਚਲੋ ਹੁਣ ਬੰਦਾ ਬਿਮਾਰ ਹੈਗਾ, ਹੁਣ ਕਰਵਾਉਣਾ ਤਾਂ ਹੈਗਾ ਹੀ ਹੈ, ਜਿੱਦਾਂ ਮਰਜ਼ੀ ਕਰਵਾਈਏ। ਮੈਂ ਇਹਨਾਂ ਨੂੰ ਐਡਮਿਟ ਕਰਵਾ ਦਿੱਤਾ ਉੱਥੇ। ਉਹਨਾਂ ਨੇ ਉਸੇ ਟਾਈਮ ਮੇਰੇ ਕੋਲੋਂ 5500 5500 ਰੁਪਈਆ ਮਤਲਬ ਕਿ ਲਿਆ ਹੋਸਪਿਟਲ ਵਾਲੇ ਨੇ, ਐਡਮਿਸ਼ਨ ਦਾ ਅਤੇ ਬੈੱਡ ਦਾ ਖਰਚਾ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਲਿਸਟ ਦੇ ਦਿੱਤੀ। ਉਹ ਕਹਿੰਦੇ ਜੀ ਆਹ ਹੈਗੇ ਸਾਰੇ ਟੈਸਟ ਤੁਸੀਂ ਕਰਵਾਉਣੇ ਇਹਨਾਂ ਦੇ, ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਫੇਸਬੁੱਕ 'ਤੇ ਦੱਸੂੰਗੀ। ਜਿਹੜੇ ਟੈਸਟ ਸੈਟਰਡੇ ਨੂੰ ਆਲਰੇਡੀ ਹੋਏ ਸੀਗੇ, ਜਿਹੜੇ ਟੈਸਟਾਂ ਦੀ ਰਿਪੋਰਟਾਂ ਮੇਰੇ ਕੋਲ ਸੀਗੀਆਂ ਸ਼ਨੀਵਾਰ ਦੀਆਂ, ਉਹ ਸੋਮਵਾਰ ਉਹਨਾਂ ਨੇ ਫਿਰ ਟੈਸਟ ਦੁਬਾਰਾ ਬਲੱਡ ਦੇ ਟੈਸਟ ਦੁਬਾਰਾ ਕਰਾਏ। ਉਹਨਾਂ ਨੇ HIV ਦਾ ਟੈਸਟ ਵੀ ਕਰਵਾਇਆ, ਜਦ ਕਿ ਉਹਦੀ ਰਿਪੋਰਟ ਵੀ ਸੀਗੀ ਨੈਗੇਟਿਵ। ਉਹ ਵੀ ਟੈਸਟ ਉਹਨਾਂ ਨੇ ਮੇਰੇ ਕੋਲ ਦੁਬਾਰਾ ਕਰਵਾਇਆ। ਪਤਾ ਨਹੀਂ ਕਿਹੜੇ ਦੁਨੀਆ ਭਰ ਦੇ 20000 ਦੇ ਟੈਸਟ ਉਹਨਾਂ ਨੇ ਲਿਖ ਦਿੱਤੇ। ਮੈਂ ਡਾਕਟਰ ਨੂੰ ਕਿਹਾ, ਮੈਂ ਕਿਹਾ ਡਾਕਟਰ ਗੱਲ ਹੈਗੀ ਇੱਦਾਂ, ਮੈਂ ਮਤਲਬ ਕਿ ਇਹਨਾਂ ਦਾ ਟੈਸਟ ਨਹੀਂ ਇੱਥੋਂ ਕਰਵਾਉਣਾ, ਕਿਉਂਕਿ ਮੈਨੂੰ ਲੈਬੋਰਟਰੀ ਵਾਲੇ ਜਾਣਦੇ ਆ, ਅਤੇ ਮੈਂ ਉੱਥੋਂ ਹੀ ਇਹਨਾਂ ਦੇ ਸਾਰੇ ਟੈਸਟ ਕਰਾਉਂਗੀ, ਤੁਸੀਂ ਮੈਨੂੰ ਸੈਂਪਲ ਦੇ ਦਿਓ। ਡਾਕਟਰ ਮੈਨੂੰ ਕਹਿੰਦਾ ਮੈਂ ਇੱਦਾਂ ਨਹੀਂ ਕਰਨ ਦੇ ਸਕਦਾ ਤੁਹਾਨੂੰ, ਤੁਸੀਂ ਬਾਹਰੋਂ ਟੈਸਟ ਕਿਉਂ ਕਰਵਾਉਣੇ, ਸਾਡੇ ਕੋਲ ਲੈਬ ਹੈਗੀ ਆ। ਬਾਹਰੋਂ ਕਹਿੰਦਾ ਕੋਈ ਓਰੀਜਨਲ ਲੈਬ ਹੈਗੀ ਆ, ਉਹ ਕੋਈ ਸਹੀ ਲੈਬ ਹੈਗੀ ਆ, ਜਿਹੜੇ ਤੁਸੀਂ ਉੱਥੋਂ ਟੈਸਟ ਕਰਵਾਉਣੇ ਆ, ਸਾਡੇ ਕੋਲੋਂ ਕਰਾਓ ਟੈਸਟ। ਮੈਨੂੰ ਡਾਕਟਰ ਨੇ ਇੱਦਾਂ ਕਿਹਾ। ਮੈਂ ਕਿਹਾ ਸਰ ਨਹੀਂ, ਉਹ ਮੇਰੇ ਬ੍ਰਦਰ ਆ। ਮੈਂ ਕਿਹਾ ਬ੍ਰਦਰ ਕਿੱਦਾਂ ਝੂਠ ਬੋਲ ਸਕਦੇ ਆ ਸਰ ਤੁਸੀਂ ਮੇਰੇ, ਮੈਂ ਕਿਹਾ ਕਜ਼ਨ ਬ੍ਰਦਰ ਆ, ਇੱਦਾਂ ਥੋੜ੍ਹਾ ਨਾ ਕਰੋਗੇ ਮੇਰੇ ਨਾਲ। ਮੈਂ ਕਿਹਾ ਮੈਂ ਬਾਹਰੋਂ ਹੀ ਕਰਵਾਉਣੀ। ਫਿਰ ਡਾਕਟਰ ਨੇ ਮੈਂ ਮਨਾਮ ਨੂੰ ਲਿਆ ਬਾਹਰੋਂ ਟੈਸਟ ਕਰਵਾਉਣ ਵਾਸਤੇ। ਡਾਕਟਰ ਨੇ ਮੈਨੂੰ ਲਿਖਿਆ ਸੀਗਾ ਬਲੱਡ, ਸੌਰੀ ਫੋਨ ਆ ਰਿਹਾ ਵਿੱਚ ਬਾਰ ਇਸ ਕਰਕੇ ਡਿਸਟਰਬੈਂਸ ਹੋ ਰਹੀ ਹੈ। ਡਾਕਟਰ ਨੇ ਮੈਨੂੰ ਲਿਖਿਆ ਸੀਗਾ ਲੀਵਰ ਫੰਕਸ਼ਨ ਟੈਸਟ, ਜਿਹਦੇ ਵਿੱਚ ਬਿਲਰੂਬਿਨ, SGOT, SGOPT, ਉਸ ਤੋਂ ਬਾਅਦ ਐਲਕਾਈਨ ਫਾਸਫੇਟ ਸਮਥਿੰਗ ਕੁਛ ਇੱਦਾਂ ਟੈਸਟ ਸੀਗੇ, HEV, HAV, ਪਤਾ ਨਹੀਂ ਕਿਹੜੇ ਟੈਸਟ। ਉਹਨਾਂ ਨੇ ਘੱਟੋ ਘੱਟ 20000 ਦੇ ਟੈਸਟ ਲਿਖ ਦਿੱਤੇ। ਮੈਂ ਉਹ ਸਾਰੇ ਸੈਂਪਲ ਲੈ ਕੇ ਗੁਰੂ ਨਾਨਕਪੁਰੇ ਗਈ ਲੈਬੋਰਟਰੀ 'ਤੇ, ਆਪਣੇ ਬ੍ਰਦਰ ਨੂੰ ਮੈਂ ਸਾਰੇ ਸੈਂਪਲ ਦਿੱਤੇ। ਉਸ ਤੋਂ ਬਾਅਦ ਕੀ ਹੋਇਆ, ਡਾਕਟਰ ਮੈਨੂੰ ਕਹਿੰਦੇ ਆ ਸ਼ਾਮੀ ਜਾ ਕੇ ਕਿ ਤੁਹਾਡੇ ਹਸਬੈਂਡ ਦਾ ਚੈਸਟ ਐਕਸਰੇ ਵੀ ਹੋਣਾ ਆ। ਮੈਂ ਉਹਨਾਂ ਨੂੰ ਕਿਹਾ ਸਰ ਮੈਂ ਸੈਟਰਡੇ ਚੈਸਟ ਐਕਸਰੇ ਕਰਾਇਆ ਆ। ਕਹਿੰਦੇ ਚਲੋ ਠੀਕ ਆ ਰਹਿਣ ਦਿਓ, ਪਰ ਉਹਨਾਂ ਦਾ ਕੋਵਿਡ ਟੈਸਟ ਵੀ ਹੋਣਾ ਆ। ਇਹਨਾਂ ਨੇ ਕੋਵਿਡ ਦਾ ਟੈਸਟ ਵੀ ਕਰ ਲਿਆ ਮੇਰੇ ਹਸਬੈਂਡ ਦਾ। ਇਹਨਾਂ ਨੇ ਟੈਸਟ ਕੀਤਾ ਸੀਗਾ ਕੋਵਿਡ ਦਾ, ਆਪਣੀ ਡੇਟ ਇੱਕ ਸੈਕਿੰਡ ਮੈਂ ਦੱਸਦੀ ਤੁਹਾਨੂੰ ਸਾਰਿਆਂ ਨੂੰ। 12 ਸਤੰਬਰ ਨੂੰ ਮੇਰੇ ਖਿਆਲ ਜਿਸ ਦਿਨ ਵੀ ਮੈਂ ਗਈ ਹਾਂ, ਉਹਨਾਂ ਨੇ ਨਾਲ ਹੀ ਉਸ ਦਿਨ ਹੀ ਮਤਲਬ ਕਿ ਕੋਵਿਡ ਦਾ ਟੈਸਟ ਕਰ ਲਿਆ ਡਾਕਟਰ ਨੇ। ਸਲਿੱਪ ਦੇ ਉੱਤੇ ਮੈਨੂੰ ਡੇਟ ਨਹੀਂ ਮੈਨੂੰ ਪਤਾ ਹੈ ਲੱਗ ਰਹੀ ਹੈਗੀ ਕਿਹੜੀ ਡੇਟ ਹੈਗੀ ਆ।
14 ਤਰੀਕ ਨੂੰ ਉਹਨਾਂ ਨੇ ਮਤਲਬ ਕਿ ਨਾਲ ਹੀ ਕੋਵਿਡ ਦਾ ਟੈਸਟ ਵੀ ਲਿਖ ਲਿਆ। 15 ਤਰੀਕ ਨੂੰ 15 ਤਰੀਕ ਨੂੰ ਉਹਨਾਂ ਨੇ ਕੋਵਿਡ ਦਾ ਵੀ ਟੈਸਟ ਨਾਲ ਹੀ ਲੈ ਲਿਆ। ਡਾਕਟਰ ਆਉਂਦੇ ਸੀਗੇ ਦੇਖਣ ਅੰਦਰ, ਨਾ ਡਾਕਟਰ ਨੇ ਕੋਈ ਪੀਪੀ ਕਿੱਟ ਪਾਈ ਸੀਗੀ। ਜੇ ਮੰਨ ਕੇ ਚਲੋ ਡਾਕਟਰਾਂ ਨੂੰ ਸ਼ੱਕ ਹੁੰਦਾ ਕਿ ਇਹ, ਉਹਨਾਂ ਨੇ ਪਹਿਲਾਂ ਹੀ ਪੁੱਛਿਆ ਸੀਗਾ ਤੁਹਾਨੂੰ ਬੁਖਾਰ ਤਾਂ ਨਹੀਂ, ਤੁਹਾਨੂੰ ਜ਼ੁਕਾਮ ਤਾਂ ਨਹੀਂ, ਤੁਹਾਨੂੰ ਖਾਂਸੀ ਤਾਂ ਨਹੀਂ। ਅਸੀਂ ਸਾਰੇ ਉਹਨਾਂ ਨੂੰ ਗੱਲਾਂ ਦੱਸੀਆਂ ਕਿ ਸਾਨੂੰ ਕੁਛ ਵੀ ਨਹੀਂ ਹੈਗਾ ਸਰ ਇੱਦਾਂ ਦਾ। ਡਾਕਟਰ ਕਹਿੰਦਾ ਠੀਕ ਹੈ। ਉਹਨਾਂ ਨੇ ਕੋਵਿਡ ਦਾ ਟੈਸਟ ਕੀਤਾ। ਉਸ ਤੋਂ ਬਾਅਦ ਮੈਨੂੰ ਕਹਿੰਦਾ ਸ਼ਾਮੀ ਡਾਕਟਰ ਕਹਿੰਦਾ ਰਿਪੋਰਟਾਂ ਆ ਗਈਆਂ, ਜਿਹੜੀ ਹੈਗੀ ਆ SGOT PT ਜਿਹੜੇ ਲੀਵਰ ਇਨਫੈਕਸ਼ਨ ਦੀ ਰਿਪੋਰਟਾਂ ਆ ਉਹ ਤਾਂ ਉਸੇ ਟਾਈਮ ਆ ਜਾਂਦੀਆਂ ਆ। ਇਸ ਕਰਕੇ ਜਿੱਦਾਂ ਵੀ ਅਸੀਂ ਮੈਂ ਉਹਨਾਂ ਨੂੰ ਉਹ ਵਾਲੀਆਂ ਰਿਪੋਰਟਸ ਦੇ ਦਿੱਤੀਆਂ ਜਿਹਦੇ ਵਿੱਚ ਪੀਲੀਆ ਆਇਆ ਸੀਗਾ 7.9 ਆਇਆ ਸੀਗਾ, OTPT 100 ਸੌਰੀ ਬਾਰ-ਬਾਰ ਫੋਨ ਆ ਰਿਹਾ। ਉਸ ਤੋਂ ਬਾਅਦ ਉਹਨਾਂ ਨੂੰ ਮੈਂ ਉਹ ਸਭ ਮਤਲਬ ਕਿ ਰਿਪੋਰਟਸ ਦੇ ਦਿੱਤੀਆਂ ਜਿਹੜੀਆਂ ਅੱਧੇ ਘੰਟੇ ਵਿੱਚ ਆ ਜਾਂਦੀਆਂ ਹੈ। ਨੋਰਮਲਸ ਰਿਪੋਰਟ CBC ਹੋ ਗਿਆ ਅਤੇ ਲੀਵਰ ਦੇ ਟੈਸਟ ਹੋ ਗਏ, ਅੱਧੇ ਘੰਟੇ ਵਿੱਚ ਆ ਜਾਂਦੇ ਆ, ਠੀਕ ਹੈ। ਉਸ ਤੋਂ ਬਾਅਦ ਡਾਕਟਰ ਕਹਿੰਦਾ ਆ ਕਿ ਬਾਕੀ ਰਿਪੋਰਟਸ ਕਿੱਥੇ ਆ। ਮੈਂ ਕਿਹਾ ਮੈਂ ਲੈਬੋਰਟਰੀ ਵਾਲੇ ਭਾਈ ਨੂੰ ਫੋਨ ਕੀਤਾ, ਮੈਂ ਕਿਹਾ ਭਾਅ ਜੀ ਬਾਕੀ ਰਿਪੋਰਟ ਵੀ ਦੇ ਦਿਓ ਜੇ ਤੁਸੀਂ ਆ ਦਿੱਤੀਆਂ। ਕਹਿੰਦਾ ਮੈਡਮ ਜੀ ਬਾਕੀ ਰਿਪੋਰਟਾਂ ਜਿੰਨੀ ਦੇਰ ਮਸ਼ੀਨ 'ਚ ਰਹੂਗੀਆਂ ਉਹ ਬਾਹਰੋਂ ਹੁੰਦੀਆਂ ਆ, ਅਗਰ ਉਹ ਸੈਂਪਲ ਹੀ 24 ਘੰਟੇ ਮਸ਼ੀਨ ਵਿੱਚ ਰਹਿਣ ਤੋਂ ਬਾਅਦ ਰਿਜ਼ਲਟ ਆਉਂਦਾ ਤਾਂ ਮੈਂ ਪਹਿਲਾਂ ਕਿੱਦਾਂ ਦੇ ਦੂੰਗਾ। ਉਹਨਾਂ ਨੇ ਸਹੀ ਕਿਹਾ ਸੀਗਾ ਆਪਣੇ ਵੱਲੋਂ। ਫਿਰ ਮੈਂ YouTube 'ਤੇ ਵੀ ਸਰਚ ਕੀਤਾ, ਮੈਂ ਗੂਗਲ 'ਤੇ ਵੀ ਸਰਚ ਕੀਤਾ ਕਿ ਹਾਂ ਜਿਹੜੇ ਟੈਸਟ ਲਿਖੇ ਸੀ ਉਹਨਾਂ ਦੇ ਸੈਂਪਲ ਇੰਨੀ ਦੇਰ ਰਹਿੰਦੇ ਮਸ਼ੀਨ 'ਚ, ਉਸ ਤੋਂ ਬਾਅਦ ਹੀ ਟੈਸਟ ਆਉਂਦੇ ਆ। ਥੈਂਕ ਗੋਡ ਕਿ ਗੂਗਲ ਅੱਜ ਕੱਲ੍ਹ ਹੈਗਾ ਆ ਕਿ ਬੰਦੇ ਨੂੰ ਸਾਰੀ ਨੌਲੇਜ ਹੋ ਜਾਂਦੀ ਆ। ਮੈਂ ਉਸ ਤੋਂ ਬਾਅਦ ਫਿਰ ਡਾਕਟਰ ਮੈਨੂੰ ਕਿੰਨਾ ਹਰਾਸ ਕਰਦੇ ਰਹੇ ਪੂਰਾ ਦਿਨ, ਹਜੇ ਤੱਕ ਰਿਜ਼ਲਟ ਨਹੀਂ ਆਇਆ ਤੁਹਾਡਾ, ਹਜੇ ਤੱਕ ਤੁਹਾਡੀ ਰਿਪੋਰਟਾਂ ਨਹੀਂ ਆਈਆਂ ਹੈਗੀਆਂ, ਤੁਸੀਂ ਰਿਪੋਰਟਾਂ ਕਦੋਂ ਮੰਗਾਉਣੀਆਂ, ਤੁਹਾਨੂੰ ਇੱਥੇ ਟੈਸਟ ਕਰਾਉਣੇ ਚਾਹੀਦੇ ਸੀਗੇ, ਤੁਹਾਨੂੰ ਇੱਥੋਂ ਸਾਰਾ ਕੁਝ ਕਰਾਉਣਾ ਚਾਹੀਦਾ ਸੀਗਾ, ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ। ਮੈਂ ਕਿਹਾ ਮੈਂ ਮੈਡਮ ਨੂੰ ਬੋਲਿਆ ਆ, ਮੈਂ ਕਿਹਾ ਮੈਡਮ ਜੀ, ਮੈਡਮ ਪ੍ਰਤਿਭਾ, ਡਾਕਟਰ ਪ੍ਰਤਿਭਾ ਨੂੰ ਕਿਹਾ, ਮੈਂ ਕਿਹਾ ਮੈਮ ਦੇਖੋ ਜਿਹੜਾ ਟੈਸਟ ਰਹਿਣਾ ਹੀ ਮਸ਼ੀਨ 'ਚ 24 ਘੰਟੇ ਆ ਉਹ ਤੁਹਾਨੂੰ ਮੈਂ ਪਹਿਲਾਂ ਕਿੱਦਾਂ ਦੇ ਦੇਵਾਂ। ਕਹਿੰਦੀ ਸਾਡੇ ਕੋਲ ਇੱਥੇ ਬਹੁਤ ਟੈਕਨੋਲੋਜੀ ਹੈਗੀ ਆ, ਅਸੀਂ ਅੱਧੇ ਘੰਟੇ 'ਚ ਵੀ ਟੈਸਟ ਕਰ ਸਕਦੇ। ਮੈਂ ਕਿਹਾ ਪੂਰੇ ਵਰਲਡ ਵਿੱਚ ਉਹ ਟੈਸਟ ਨੂੰ ਮਤਲਬ ਕਿ ਤੁਸੀਂ ਜਲਦੀ ਨਹੀਂ ਕਰ ਸਕਦੇ ਤਾਂ ਤੁਸੀਂ ਕਹਿੰਦੀ ਤੁਸੀਂ ਜ਼ਿਆਦਾ ਨਾ ਆਪਣੇ ਆਪ ਨੂੰ ਬਣੋ ਨਾ। ਮੈਨੂੰ ਡਾਕਟਰ ਇੱਦਾਂ ਬੋਲੀ। ਮੈਂ ਕਿਹਾ ਮੈਂ ਇਹਨੂੰ ਕੀ ਕਹਿ ਦਿੱਤਾ, ਮਤਲਬ ਕਿ ਮੈਂ ਤਾਂ ਕੁਛ ਕਿਹਾ ਹੀ ਨਹੀਂ, ਮੈਂ ਤਾਂ ਸਹੀ ਦੱਸਿਆ ਜੋ ਹੈਗਾ ਮੈਂ ਉਹੀ ਦੱਸਿਆ ਤੁਹਾਨੂੰ। ਮੈਂ ਕਿਹਾ ਮੈਮ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਦਿਨ ਟੈਸਟ 24 ਘੰਟੇ ਬਾਅਦ ਆਉਣਾ ਸੀ ਉਦੋਂ ਆ ਗਏ ਟੈਸਟ। ਡਾਕਟਰ ਕਹਿੰਦਾ ਕਿ ਅਗਲੇ ਦਿਨ ਸਵੇਰੇ ਹੀ ਆਇਆ ਡਾਕਟਰ, ਰਿਪੋਰਟਾਂ ਆਉਣ ਤੋਂ ਪਹਿਲਾਂ, ਬਾਕੀ ਟੈਸਟ ਦੀ ਰਿਪੋਰਟ ਆਉਣ ਤੋਂ ਪਹਿਲਾਂ। ਕਹਿੰਦਾ ਤੁਹਾਡੇ ਹਜੇ ਤੱਕ ਟੈਸਟ ਦੀ ਰਿਪੋਰਟਸ ਨਹੀਂ ਆਈਆਂ। ਮੈਂ ਕਿਹਾ ਸਰ ਬਸ ਆਉਣ ਵਾਲੀਆਂ, ਥੋੜ੍ਹੀ ਦੇਰ ਤੱਕ ਆ ਜਾਣੀਆਂ, 4 ਵਜੇ ਤੱਕ ਆ ਜਾਣੀਆਂ, 24 ਆਵਰਸ ਹੋਣ ਤੋਂ ਬਾਅਦ ਆ ਜਾਣੀਆਂ ਉਹ। ਤੁਸੀਂ ਕੱਲ੍ਹ 4 ਵਜੇ ਸੈਂਪਲ ਹੈ ਸੀ, ਅੱਜ 4 ਵਜੇ ਰਿਪੋਰਟਸ ਆ ਜਾਣੀਆਂ। ਕਹਿੰਦਾ ਅਸੀਂ ਕਲੋਨੋਸਕੋਪੀ ਕਰਨੀ ਆ ਉਹ ਟੈਸਟ ਦੇਖਣ ਤੋਂ ਬਾਅਦ, ਉਹ ਰਿਪੋਰਟਾਂ ਦੇਖਣ ਤੋਂ ਬਾਅਦ। ਕਲੋਨੋਸਕੋਪੀ ਹੁੰਦੀ ਹੈ ਜੀ, ਸਾਰਿਆਂ ਨੂੰ ਦੱਸ ਦੇਵਾਂ, ਟੋਇਲਟ ਦੇ ਰਸਤੇ ਪਾਈਪ ਪਾਉਂਦੇ ਆ ਬੰਦੇ ਦੇ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਲੂਜ਼ ਮੋਸ਼ਨ ਲਗਵਾਉਂਦੇ ਆ ਦਵਾਈ ਦੇ ਨਾਲ, ਉਸ ਤੋਂ ਬਾਅਦ ਟੋਇਲਟ ਦੇ ਰਸਤੇ ਵਿੱਚ ਉਹਦੇ ਪਾਈਪ ਪਾ ਕੇ ਕੈਮਰੇ ਦੇ ਨਾਲ ਚੈੱਕ ਕਰਦੇ ਆ ਕਿ ਉਹਦੇ ਅੰਦਰ ਕੋਈ ਜ਼ਖਮ ਤਾਂ ਨਹੀਂ, ਟਿਊਮਰ ਤਾਂ ਨਹੀਂ ਹੈਗਾ, ਠੀਕ ਹੈ, ਜੋ ਉਹਨਾਂ ਨੇ ਆਪਣਾ ਸ਼ੱਕ ਦੂਰ ਕਰਨਾ ਸੀਗਾ। ਗੱਲ ਮੈਨੂੰ ਭੁੱਲ ਗਈ ਸਾਰੀ। ਉਸ ਤੋਂ ਬਾਅਦ ਉਹਨਾਂ ਨੇ ਜਿੱਦਾਂ ਮਤਲਬ ਕਿ ਟੈਸਟਾਂ ਦੀ ਰਿਪੋਰਟਾਂ ਵੀ ਮਤਲਬ ਕਿ ਮੈਂ ਮੰਗਵਾ ਲਈਆਂ ਸਾਰੀਆਂ, ਉਹ ਸਾਰੇ ਟੈਸਟ ਉਹਨਾਂ ਦੇ ਸਹੀ ਆਏ। ਕਹਿੰਦੇ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਟੈਸਟ ਸਹੀ ਆਊਗੇ ਤਾਂ ਅਸੀਂ ਇਹਨਾਂ ਦੇ ਜਿਹੜੀ ਹੈਗੀ ਫੇਕ ਕਲੋਨੋਸਕੋਪੀ ਨਹੀਂ ਕਰਨੀ। ਇਹਨਾਂ ਦੇ ਸਾਰੇ ਟੈਸਟ ਨੋਰਮਲ ਆਏ। ਡਾਕਟਰ ਨੇ ਫਿਰ ਵੀ 6000 ਠੱਗਣ ਵਾਸਤੇ ਮੇਰੇ ਕੋਲ ਕਲੋਨੋਸਕੋਪੀ ਦਾ 2000 ਰੁਪਇਆ ਫਾਈਬਰ ਲੀਵਰ ਫਾਈਬਰ ਸਕੈਨ ਕੋਈ ਕਰਦੇ ਆ, ਆਈ ਡੋਂਟ ਨੋ, ਉਹ ਕਰਨ ਵਾਸਤੇ ਡਾਕਟਰ ਨੇ 8000 ਰੁਪਇਆ ਕਮਾਉਣ ਵਾਸਤੇ ਮੇਰੀ ਹਸਬੈਂਡ ਦੀ ਕਲੋਨੋਸਕੋਪੀ ਵੀ ਜਾਣਬੁੱਝ ਕੇ ਕੀਤੀ, ਜਦ ਕਿ ਸਾਰੇ ਟੈਸਟ ਨੋਰਮਲ ਸੀਗੇ ਇਹਨਾਂ ਦੇ, ਸਿਰਫ ਲੀਵਰ ਦੇ ਵਿੱਚ ਇਨਫੈਕਸ਼ਨ ਸੀਗੀ। ਉਸ ਤੋਂ ਬਾਅਦ ਡਾਕਟਰ ਨੇ ਕਲੋਨੋਸਕੋਪੀ ਵਾਸਤੇ ਤਿਆਰ ਕੀਤਾ ਇਹਨਾਂ ਨੂੰ, ਚੰਗੀ ਤਰ੍ਹਾਂ ਟੋਇਲਟਸ ਵਗੈਰਾ ਲਗਵਾਈਆਂ, ਕਹਿੰਦਾ ਤੁਸੀਂ ਕਲੋਨੋਸਕੋਪੀ ਤੁਹਾਡੀ ਕਰਨੀ ਆ। ਕਲੋਨੋਸਕੋਪੀ ਵੀ ਇਹਨਾਂ ਦੀ ਬਿਲਕੁਲ ਨੋਰਮਲ ਆਈ, ਕਲੋਨੋਸਕੋਪੀ ਵੀ ਨੋਰਮਲ ਆਈ, ਹਰ ਚੀਜ਼ ਨੋਰਮਲ ਆਈ। ਪਤਾ ਨਹੀਂ ਪੁੱਠਾ ਸਿੱਧਾ ਦਿਖਦਾ ਹੋਣਾ ਬਟ ਨੋਰਮਲ ਆਈ ਸੀ। ਮੈਂ ਸਾਰਾ ਕੁਝ ਪੋਸਟ ਕਰੂੰਗੀ ਠਹਿਰ ਕੇ ਥੋੜ੍ਹੀ ਦੇਰ ਬਾਅਦ। ਫਿਰ ਮੈਂ ਕਲੋਨੋਸਕੋਪੀ ਤੋਂ ਬਾਅਦ ਮੇਰੇ ਹਸਬੈਂਡ ਕਹਿੰਦੇ ਯਾਰ ਸਾਰੇ ਟੈਸਟ ਕਰਵਾ ਲਏ ਆ, ਹੁਣ ਰਹਿ ਕੀ ਗਿਆ ਇਹਨਾਂ ਵਿੱਚ। 2 ਦਿਨਾਂ ਦਾ ਇਹਨਾਂ ਨੇ ਮੈਨੂੰ ਸਵੇਰੇ ਆ ਕੇ ਕਹਿਤਾ ਕਿ ਮੈਡਮ ਅਸੀਂ ਇੱਕ ਟੈਸਟ ਤੁਹਾਨੂੰ ਗਲਤ ਲਿਖ ਦਿੱਤਾ ਸੀ, HAV ਲਿਖਣਾ ਸੀਗਾ, ਉਹ HUV ਲਿਖ ਦਿੱਤਾ, ਉਹ ਆਪਣੇ ਬ੍ਰਦਰ ਨੂੰ ਕਹੀਓ ਉਹ ਵਾਲਾ ਵੀ ਸੈਂਪਲ ਲੈ ਜਾਵੇ ਆ ਕੇ। ਮਤਲਬ ਕਿ ਜਿਵੇਂ ਇਹਨਾਂ ਦੀ ਲੈਬੋਰਟਰੀ ਤੋਂ ਕਰਾਇਆ ਹੁੰਦਾ, ਮੈਨੂੰ ਪੈਸੇ ਪੈ ਗਏ ਸੀਗੇ, ਫਿਰ ਮੈਨੂੰ HAV ਕਰਾਉਣਾ ਵੀ ਪੈਣਾ ਸੀ ਅਤੇ HUV ਵੀ ਕਰਾਉਣਾ ਪੈਣਾ ਸੀਗਾ। ਉਹ ਵੀ ਇਹਨਾਂ ਨੇ ਮੈਨੂੰ ਥੋੜ੍ਹਾ ਗੋਲ-ਮੋਲ ਕਰ ਦਿੱਤਾ। ਉਹ ਵੀ ਮੈਂ ਉਹਨਾਂ ਨੂੰ ਬ੍ਰਦਰ ਨੂੰ ਕਿਹਾ, ਮੈਂ ਕਿਹਾ ਉਹ ਸਹੀ ਕਰ ਲਿਓ, ਉਹ ਤਾਂ ਮੇਰੇ ਬ੍ਰਦਰ ਸੀਗਾ, ਉਹਨੇ ਸੈਂਪਲ ਲੈਣ ਦੀ ਲੋੜ ਨਹੀਂ ਪਈ, ਵਾਕਫ ਬੰਦੇ ਸੀਗੇ, ਉਹਨਾਂ ਨੇ ਕਰ ਲਿਆ, ਨਹੀਂ ਤਾਂ ਮੈਨੂੰ ਤਾਂ ਉਹ ਵੀ ਪੈਸੇ ਪੈ ਗਏ ਸੀਗੇ। ਹਜੇ ਵੀ ਉਹ ਲੈਬੋਰਟਰੀ ਵਾਲੇ ਨੇ ਮੇਰੇ ਕੋਲ ਪੈਸੇ ਨਹੀਂ ਲਏ ਕਿਉਂਕਿ ਮੇਰੇ ਕੋਲ ਅਜੇ ਪੈਸੇ ਨਹੀਂ ਸੀਗੇ ਦੇਣ ਵਾਸਤੇ। ਉਹਨੂੰ ਪਤਾ ਨਹੀਂ ਕਿੰਨੇ ਕੁ ਟੈਸਟ ਹੋ ਗਏ ਆ ਇਹਨਾਂ ਦੇ, ਮੈਨੂੰ ਖੁਦ ਨੂੰ ਨਹੀਂ ਸਮਝ ਲੱਗਦੀ। ਕਲੋਨੋਸਕੋਪੀ ਵੀ ਨੋਰਮਲ ਆਈ। ਇਹ ਮੈਨੂੰ ਕਹਿੰਦੇ ਕਿ ਜਦੋਂ ਹੁਣ ਸ਼ਾਮੀ ਡਾਕਟਰ ਆਊਗਾ ਨਾ ਉਹਨਾਂ ਨੂੰ ਪੁੱਛਾਂਗੇ ਆਪਾਂ। ਮੈਂ ਕਿਹਾ ਠੀਕ ਹੈ। ਸ਼ਾਮੀ ਡਾਕਟਰ ਆਇਆ ਲੋਕ ਸਿੰਘ, ਪਤਾ ਨਹੀਂ ਲੋਕ ਸਿੰਘ ਆ ਕੌਣ ਆ, ਉਹਦੇ ਮੱਥੇ 'ਤੇ ਤਿਲਕ ਲੱਗਾ ਹੁੰਦਾ ਆ, ਹਨੂੰਮਾਨ ਜੀ ਦਾ ਤਿਲਕ ਲੱਗਾ ਹੁੰਦਾ ਉਹਦੇ ਮੱਥੇ 'ਤੇ ਡਾਕਟਰ ਦਾ। ਹਾਂ ਵੀ ਕਾਕਾ ਕਿੱਦਾਂ ਆ ਤੂੰ, ਡਾਕਟਰ ਨੇ ਕਿਹਾ।
सर कहते मैं ठीक हाँ, पर तुसी मैनू दसो मैनू होया की आ, तुहानू की समझ लगी 2 दिनां विच कि मैनू की प्रॉब्लम आ। तू ज़्यादा ना बोल, कहता डॉक्टर कहता तू ज़्यादा ना बोल, ज़्यादा ना सोच, असी हैगे असी करी जन्ने। कहते तुसी करी तो जाने, पर सानू रूम का रेंट पै रहा सर, सानू 5,000 रुपया पर डे का पै रहा, दवाइयां का अलग पै रहा, टोटल साढ़ा 30,000 रुपया 2 दिनों में लग चुका आ, तो अगे तुसी डिस्चार्ज दे अलग पैसे लैने आ। फिर कहता की करिए असी हुण, टैस्ट तो करवाने ही आ। कहते किन्ने टैस्ट करवाने? मैं कहा सर तुहानू टैस्ट दस दो कि तुसी सारे टैस्ट तो करवा ले, सारा कुछ तो नॉर्मल आया है। कहते तुहानू पता पीलिया 5,000 तरह का हुंदा आ, 50,000 तरह के सॉरी टैस्ट होंदे पीलिए के, 50,000 कारण होंदे जिहदे करके बंदे नूं जॉन्डिस हुंदा, असीं वो एक कारण लभना। मेरे हसबैंड कहते मतलब कि तुसी मेरा फिर 50,000 टैस्ट कराओगे? मेरे हसबैंड ने कहा तुसी मैनूं एक गल दसो, एक कैमिस्ट विच ते एक डॉक्टर विच की फर्क रह गया? अगर आप कैमिस्ट को जाते हैं उन्होंने पूछते हैं कि सर मैनूं आ फर्क, वो भी मैनूं दवाई दे दिंदा। तो जे तुसी MD MBBS डॉक्टर हो गए, तुहानूं हजे तक मेरी प्रॉब्लम ही नहीं लभी, फिर तुसी डॉक्टर काहदे होए? मेरे हसबैंड ने डॉक्टर ने इन्नी गल कही, फिर तुसी डॉक्टर काहदे होए? सही कह रहे थे। डॉक्टर जिहड़ा हुंदा ना उन्होंने पता लगता कि बंदे का आ टैस्ट करावांगे, उहदे आ टैस्ट विच कमी आनी आ, तो इत्थों ही उहदी बीमारी फड़ी जानी है। जबकि डॉक्टर पर डे 5,000 रुपया लग्जरी रूम टाइप होटल उन्होंने इत्थे खोलिया होया, उहदा खर्चा बना रहे थे। उन्होंने पता लग गया कि बंदा ना हुण साडे नाल आर्गूमेंट कर रहा है। डॉक्टर कहता ज़्यादा ना बोल, कोई गल नहीं, कहता देखते हैं, कहता तेनों सवेरे। मैं कहा सर, बाद विच मैं उन्होंने क्या जाते जाते, मैं कहा सर मैनूं एक गल दसो कि तुसी अज तक इदां दा कोई केस नहीं देखा अपने हॉस्पिटल विच? फस्ट केस आ तुहाडे कोल? इदां दे कोई होर पेशेंट आए आ? मैनूं मतलब कि थोड़ा जिहा पता लग गया सीगा डॉक्टर नूं कि थोड़ा जिहा बोल रही आ। कहता तेनों मैं सवेरे दसूँगा, मैनूं डॉक्टर ने कहा कहता तेनों मैं सवेरे दसूँगा। मैं कहा पता नहीं इन्हें मैनूं सवेरे की दसना आ। आपां उस तो बाद सो के आराम नाल टेंशन फ्री होके सीगा देखदे आं सवेरे किहड़ा टैस्ट कहंदे करा लवांगे। सवेरे पापा जी मेरे फादर इन लॉ उठे आ, बाहर गए आ, तो डॉक्टर ने कहा 1 मिनट बाहर आइयो तुसी। ते फादर इन लॉ कहंदे कि डॉक्टर साहब की होया? कहंदे तुहाडा बेटा कोविड पॉजिटिव होया है। माई गॉड, जो बंदा इन्नी गल सुनता है, एक बंदे का लीवर कमज़ोर, एक बंदा थायराइड ना परेशान, एक बंदे का वेट लॉस 25 किलो, एक बंदे टॉयलेट्स लगियां हुई जी उन्होंने लगवाइया दवाइयां दे के, बंदा तो कहूगा यार मैं तो गया। पापा साढ़े बहुत परेशान हो गए। पापा ने मैनूं आवाज़ लगाई, कहंदे तुसी पापा नूं कहंदे तुसी दसो हुण असीं कोविड सेंटर भेजना इन्हां फटाफट, असीं इत्थे रख नहीं सकते इन्हां दी सीरीयस कंडीशन हैगी आ। हजे कि मेरे हसबैंड नूं कोई ऑक्सीजन की प्रॉब्लम नहीं, कोई खांसी नहीं, कोई जुकाम नहीं, कोई बुखार नहीं। तो मेरे पापा ने कहा कहते कि इहदा डिसीजन तो वाइफ लूगी बाहर आके, जो थोड़ा वॉशरूम चा। पापा ने मैनूं आवाज़ लगाई, मैं बाहर आई। पापा कहते नीरज सनी ना कोविड पॉजिटिव आ। मेरी दुनिया हिल गई। मैं क्या ये किद्दां हो सकता डैडी, इदां हो ही नहीं सकता। मैं कहा सनी कोविड पॉजिटिव नहीं हो सकते। मैं कहा सनी पॉजिटिव नहीं हो सकते पापा, ये कोई गलत उन्होंने तुहानूं किया है। मैनूं यकीन ना होया, मैं डॉक्टर नूं मिलन गई नट्ठी ICU मैं कहा डॉक्टर सर दसो तुसी की होया? मैं कहा मैनूं रिपोर्ट दिखाओ फोन विच, कित्थे रिपोर्ट हैगी, मैनूं रिटन रिपोर्ट दिओ। उन्हें मैनूं फोन विच अपने डॉक्टर ने WhatsApp दे विच रिपोर्ट दिखाई। डॉक्टर दे WhatsApp दे उत्ते रिपोर्ट आई कि सनी शर्मा इज़ कोविड डिटैक्टेड बाय मेट्रोपोलिस। ठीक है, कोविड पॉजिटिव डिटैक्टेड आ लिखा हुआ डिटैक्टेड, सनी शर्मा इज़ डिटैक्टेड। मेरी पूरी दुनिया हिल गई सी उस टाइम पर। कोई भी हुंदा ओदी भी हिल जाती, अगर कोई भी हुंदा ना मेरी जगह तो ओदी भी दुनिया हिल जाती उस टाइम पे। मैं पता नहीं किनू फ़ोन कर दिता उस टाइम पे। एक दीदी आ मेरे, अनीता जोशी जी, दीदी तुहाडा बहुत बहुत थैंक यू। अगर तुसीं मेरी लाइव वीडियो देख रहे, तुसीं मेरा इन्ना ज़्यादा साथ दिता ना, कोई भी सकी सिस्टर भी इन्ना साथ नहीं दिंदी जिद्दां तुसीं मेरा साथ दिता है। थैंक यू दीदी तुहाडा बहुत बहुत ज़्यादा उहदे वास्ते। तुसीं मेरे नाल हर जगह खड़े रहे हैं, और जिन्ने जाने भी मेरे नाल उस टाइम विच खड़े आ, संजय, रोहित भाजी, बल्लू भाजी, जिन्ने जाने खड़े रहे, सारिਆਂ ਦਾ बहुत बहुत थैंक यू। मेरे ऑनर जिन्हां नाल मैं काम करती हाँ, जिन्हां दी जगह ते मैं अकाउंट्स का काम करती, वो भी मेरे नाल खड़े रहे उस टाइम। हर एक बंदा जिन्होंने मैं जानती मेरे नाल खड़ा रहा। उस तो बाद की होया, डॉक्टर ने पॉजिटिव कह दिता। मैं डॉक्टर को गई, मैं कहा डॉक्टर सर मेरे हसबैंड से तो कोई पॉजिटिव का लक्षण ही नहीं है, ना उन्होंने फीवर आ, ना बुखार आ, ना खांसी आ, ना जुकाम आ, कुछ नहीं। इदा तुसी पॉजिटिव किद्दां कह सकते हैं, तुसी गलत बोल रहे हैं। मैं कहा झूठ बोल रहे हैं। कहता मेरे नाल ज़्यादा गल ना करो, तुसी कहता मेरे तो परे होकर गल करो, ठीक है। कहता अपने हसबैंड के लागे ना जाइयो, उन्होंने टच ना करियो, उन्होंने तो परे रहियो। हुण मैं अपने हसबैंड के नाल खाना भी खा रही सी हॉस्पिटल में, जूठा खाना भी खा रही सी, हर कोई खाता है, ठीक है, नॉर्मल थिंग्स आ। तो बंदा डर जाता यार मैनू। मैं पर इदा नहीं सोचा, मैं कहा नहीं यार कुछ नहीं है इदा का।
मैं डॉक्टर कहता तुसी हुण दसो मैनू मैडम 1,40,000 रुपये वाला बैड लेना आ या फिर तुसी 18,000 रुपये पर डे वाला बैड लेना आ। कोई भी लैंडलॉर्ड आदमी यार कोई भी होवे सोचूगा यार 18,000 रुपया पर डे एड्डी केड़ी प्रॉब्लम आ गई है कि मतलब कि करोना दी मतलब कि बंदा सोचूगा यार लीवर का भी प्रॉब्लम है मैं करा ही दिना है ना कि जितों मर्जी लैके करावां मैं ठीक करवाना आ। मेरे दिमाग में भी उदां दे ख्याल आते कि यार मैं अपने हसबैंड को ठीक करना आ जिद्दां भी आ मैं उन्होंने मतलब कि उन्होंने वधिया कोविड सेंटर च लैके जावां है ना। पर मैनू शुक्र है कि मेरा दिमाग उदों मेरी बुद्धि चल गई मेरी बुद्धि ने मेरा साथ दिता। मैं अपने हसबैंड को घर ले आई मैं 1-1.5 घंटा डॉक्टर कहंदा तुसीं इन्ने पैनिक क्यों होंदे पे तुसीं क्यों सोचदे आ सानूं कोविड सेंटर दसो किहड़े भेजना आ सिविल हॉस्पिटल वालिआं ने उसी रिपोर्ट कर दित्ती आ तुहाडे घर किसी भी वक्त आ सकते आ ये वो फलाना ढिंगड़ा। मैं क्या सर देखो मैनू थोड़ा टाइम दिओ सोचण दा। मैं अपने दीदी नूं फोन किया मैं कहा दीदी इदां इदां गल हुई है। दीदी मैनू कहंदे बेटा घबरा ना आपां तेरे नाल हैगे आ तू फिलहाल अपने हसबैंड नूं आइसोलेट कर। मैं भी सोचा मैं क्या मैं अपने घर ही लै जानी आ अपने हसबैंड नूं। उस तो बाद की होया जी मेरे घर में मेरे मदर इन लॉ आ मेरा बेटा आ 6 साल का मेरे सिस्टर इन लॉ हैगी आ। मैं उन्होंने फ़ोन किया उन्होंने मैं न्यूज़ दी उन्होंने मैं दसिया मैं कि तुसीं हुण घरों निकल जाओ घरों चल जाओ बिकॉज मैं एक बार सनी का कोविड टेस्ट दोबारा कराना आ। मैं इत्थे कहना है कि मैं होम आइसोलेट होना बिकॉज मैनू डॉक्टर ते रत्ती भर भी यकीन नहीं सीगा उहदी रात वालियां गल्लां तो मैनू पता सी इन्हां ने कुछ ना कुछ इदां दा करना आ। ठीक है अगे तो तुहाडे नाल भी किसी नाल मैं रब ना करे कोई इदां दा होवे पर सतर्क रहो सारे जाने इन्हां डॉक्टरां फ्रॉडियां तो। मैं अपने हसबैंड नूं उत्थों होम आइसोलेट लिखवा के ले आई और डॉक्टर ने मैनू लिख के दिता आ योर हसबैंड इज़ करोना पॉजिटिव। रिटर्न रिपोर्टा मैनू उत्थे कह रहा सी मैं लाइव हुई सी पहला डॉक्टर ने तुसीं सारिआं ने सुनिया ना डॉक्टर कहंदा मैं किते साइन नहीं किते मैं किते लिखिया नहीं और डॉक्टर दी ही रिटर्न लैंगुएज हैगी आ उन्हें इहदे विच लिखिया आ कि योर हसबैंड इज़ कोविड पॉजिटिव। ये लिखा है मैं भी पाई हुई आ व्हाट्सएप पर सॉरी फेसबुक के उत्ते मैं भी फोटो पाई हुई है कि उन्हें अपने हत्थां नाल लिखिया होया कहंदा मैं किते साइन नहीं किया ये बाहरों साइन हुए पर तू किद्दां साइन कर दिता ये सारा फ्रॉड सीगा उन्होंने पता सीगा। मैं घर ले आई पापा मैं तो मेरे हसबैंड घर सीगे बाकी सारे मैं घरों कढ़ दिते सी। मेरे लिए बहुत ज़्यादा दुख भरी घड़ी सी वो टाइम कि मैं अपने बेटे भी दूर भेजे अपने तो। ठीक है इदा लग रहा है कि कभी मिलना ही नहीं है दोबारा है ना कुछ इदा का हो ना जाए। सब तो ज़्यादा डर मैंने सनी का सीगा क्योंकि उसका लीवर बहुत ज़्यादा कमज़ोर है। फिर मैं एक नीता दीदी जी ने मैनू अपना एक लैबोरेटरी वाले का नंबर दिता उन्होंने मेरे घर आके मेरे को 2500 रुपीज़ पर परसन 7500 रुपया लिया 3 जणियां का टेस्ट किया उन्होंने कोविड का। उन्होंने टेस्ट मतलब कि लैके चले गए सैंपल उस तो बाद तक भी असी मतलब कि बहुत प्रिकॉशन यूज़ किए ये वो मतलब कि है ना दूर रहना आ इदा जे वो करना आ। पर मैनू ये सीगा कि पीलीए का ट्रीटमेंट मिलिया डॉक्टर ने मैनू ये भी गल कही कहता जे तेरे हसबैंड पीलीए का ट्रीटमेंट नहीं ना मिलिया तो कोविड भी है उन्होंने पीलीआ भी है आ तेरे हसबैंड को ट्रीटमेंट नहीं मिलिया तो उन्हें 3 दिनों में जांदे लगना। डॉक्टर ने मैनू इन्नी गल कही सी। मैं रिस्क लैके इन्हों घर लैके आई सी। मैं क्या सी मैं लैबोरेटरी वाले ने कहा कि मैनू कल तक रिपोर्ट दे देवे उन्होंने मैं 4 बारी फोन किया दिन में कि सर रिपोर्ट आ गई आ गई आ गई आ गई। मैं पता नहीं किहड़े नंबरां ते कॉल किया पैम्स हॉस्पिटल कोविड सेंटर वालियां सारी सलाह लई पता नहीं किहड़े बंदे तो मैं 1075 नंबर पर फोन किया उन्होंने तो सलाह लई कि मेरे हसबैंड कोई सिम्पटम नहीं है मैंने फ्रॉड किया गया है। मैं दोबारा टेस्ट करवाए आ सिविल हॉस्पिटल तो मैनू अगले दिन फोन आ गया कि मैं अपना तुसी तुहाडे हसबैंड पॉजिटिव आए आ ते तुसी मतलब कि इत्थे हॉस्पिटल आओ जां असीं गड्डी लैके आ रहे हैं। उस तो बाद उन्होंने 2 ANM साढ़े घर भेजियां कल कि देख के आओ कि किद्दां रह रहे हैं। उन्होंने पूछा तुहाडे घर में कौन कौन आ असीं 3 जने से इस करके उन्होंने ज़्यादा कुछ किया नहीं। उन्होंने खड़े मेरे को पॉजिटिव की नैगेटिव रिपोर्ट आ गई जिहड़ी मेरे फोन च भी आई आ। फस्ट ऑफ ऑल सनी शर्मा उल्टा पढ़िया जा रहा ये नैगेटिव लिखा हुआ है। ठीक है सनी शर्मा इज़ नैगेटिव बंदे की दुनिया हिल जाती है उस टाइम जो पॉजिटिव कहते हैं तो जो पता लगता ना नैगेटिव आया जो मैं खबरों में सुनती सी सारे न्यूज़ चैनलों पर जी न्यूज़ कि बंदे की किडनियाँ कढ़ लेंगे आ कढ़ लेंगे वो कहते सच आ सब कुछ सच ही आ। मैं ये नहीं कह रही कि करोना नहीं है होगा आई डोंट नो मैनू नहीं पता है कि नहीं है बट ਜਿਹੜੇ डॉक्टर किडनियाँ कढ़ते आ ਜਿਹੜੇ लालची टाइप के डॉक्टर आ वो आलोक सैगल ते अमरजीत सैगल ये सारे डॉक्टर इदां दे ही हैगे आ। डॉक्टर अमित सैगल डॉक्टर आलोक सैगल ते डॉक्टर विजय नंदा ये सब चोर आ। ठीक है जी
ਇਹਨਾਂ ਨੇ ਫਿਰ ਮੈਂ ਕਿਹਨੂੰ ਕਹਿੰਦੇ ਆ, ਮੈਂ ਨੈਗੇਟਿਵ ਰਿਪੋਰਟ ਜਦੋਂ ਆਈ ਮੈਂ ਸਭ ਨੂੰ ਪੁੱਛਿਆ ਕਿ ਹੁਣ ਦੱਸੋ ਕੀ ਕਰਨਾ ਚਾਹੀਦਾ। ਸਾਰਿਆਂ ਨੇ ਮੈਨੂੰ ਦੱਸਿਆ ਕਿ ਤੁਸੀਂ ਇੱਦਾਂ ਐਕਸ਼ਨ